Today I will going to teach you about current electricity subtopic cell, internal resistance, EMF and terminal potential difference. First of all, we will study and understand about cell. A cell or an electrochemical cell is a device that is capable of obtaining electrical energy from chemical reactions or vice versa. You have definitely seen a cell, the small AAA or AA battery we use in our remotes. इधर देखो बेटा, ये सेल सिंपल बिल्कुल देखो ਤੁਹਾਡੇ ਸਾਹਮਣੇ, ठीक है, कोई कन्फ्यूज नहीं होना। ਇਹਨੂੰ ਆਪਾਂ ਬੈਟਰੀ ਵੀ ਕਹਿੰਦੇ ਨੋਰਮਲ ਲੈਂਗੁਏਜ ਦੇ ਵਿੱਚ, ਰਿਮੋਟਸ ਦੇ ਵਿੱਚ ਪੈਂਦੀ ਆ, ਟੀਵੀ ਦੇ, ਬਾਕੀ ਹੋਰ ਵੀ ਕਾਮਨ ਯੂਜ਼ਰ ਦੇ ਵਿੱਚ ਹੁੰਦੀ ਹੈ ਕਿ ਆਪਣੇ ਮੋਬਾਈਲਾਂ ਦੇ ਵਿੱਚ ਵੀ ਹੁੰਦੀ ਹੈ ਬੈਟਰੀ, ਉਹੀ ਸੈੱਲ ਹੈ। ਤਾਂ ਇਹ ਸੈੱਲ ਦੀ ਸਟਰਕਚਰ ਕੀ ਹੁੰਦੀ ਹੈ ਦੇਖੋ, ਇਹਦੇ 'ਚ ਇਲੈਕਟ੍ਰੋਲਾਈਸਿਸ ਪ੍ਰੋਸੈਸ ਹੁੰਦੀ ਹੈ, ਕੈਮਿਸਟਰੀ ਦਾ ਟੌਪਿਕ ਆ ਤੁਹਾਡਾ ਇਹ, ਇਲੈਕਟ੍ਰੋਲਾਈਟ ਸੋਲਿਊਸ਼ਨ ਆ, ਪਲੱਸ ਕੈਥੋਡ ਤੇ ਨੋਡਸ ਇਲੈਕਟ੍ਰੋਡਸ ਹੁੰਦੇ ਦੋ, ਇਹਨਾਂ ਦੇ ਸਟਰਕਚਰ ਤੇ ਕੰਪੋਜੀਸ਼ਨ ਨੂੰ ਜਿਹੜਾ ਟੋਟਲ ਸੈਟਅਪ ਹੈ ਇਹਨੂੰ ਆਪਾਂ ਸੈੱਲ ਕਹਿੰਦੇ ਹਾਂ। ਇਹਦੇ ਵਿੱਚ ਬੇਸਿਕਲੀ ਹੁੰਦਾ ਕੀ ਹੈਗਾ, ਸੈੱਲ ਦੇ ਵਿੱਚ ਇਲੈਕਟ੍ਰੋਕੈਮੀਕਲ ਜਿਹੜੀ ਕੈਮੀਕਲ એનર્ਜੀ ਹੈ ਜਿਹੜੀ ਆਪਣੇ ਕੋਲੇ ਉਹ ਕਾਹਦੇ ਵਿੱਚ ਚੇਂਜ ਹੁੰਦੀ ਹੈ, ਇਲੈਕਟ੍ਰੀਕਲ એનર્ਜੀ ਦੇ ਵਿੱਚ ਚੇਂਜ ਹੁੰਦੀ ਹੈ ਕੈਮੀਕਲ ਰਿਐਕਸ਼ਨਸ ਦੇ ਥਰੂ। ਅਤੇ ਇਹ ਵਾਈਸ ਵਰਸਾ ਮੀਨਸ ਇਹ ਉਲਟ ਵੀ ਹੁੰਦਾ ਗਾ ਵੀ ਇਲੈਕਟ੍ਰੀਕਲ એનર્ਜੀ ਨੂੰ ਆਪਾਂ ਕੈਮੀਕਲ એનર્ਜੀ ਦੇ ਵਿੱਚ ਵੀ ਚੇਂਜ ਕਰ ਸਕਦੇ ਹਾਂ ਜਦੋਂ ਚਾਰਜਿੰਗ ਆਪਣੇ ਸੈੱਲ ਹੁੰਦੀ ਹੈ। ਐਗਜ਼ਾਮਪਲ ਬਿਲਕੁਲ ਸਿੰਪਲ, ਆਪਣੇ ਘਰੇ ਇਨਵਰਟਰ ਲੱਗੇ ਹੋਏ ਆ, ਇਨਵਰਟਰ ਦੇ ਨਾਲ ਜਿਹੜਾ ਬੈਟਰੀ ਅਟੈਚ ਹੁੰਦੀ ਹੈਗੀ ਉਹ ਚਾਰਜਿੰਗ ਹੁੰਦੀ ਹੈ ਉਸਦੀ ਜਦੋਂ ਆਪਾਂ ਲਾਈਟ ਆਉਂਦੀ ਹੈ ਆਪਣੇ ਕੋਲ, ਇਲੈਕਟ੍ਰਿਸਿਟੀ ਆਉਂਦੀ ਆ ਉਹਦੀ ਚਾਰਜਿੰਗ ਹੁੰਦੀ ਹੈ। ਅਤੇ ਇਹਦੀ ਡਿਸਚਾਰਜਿੰਗ ਕਦੋਂ ਹੁੰਦੀ ਹੈ ਉਸਦੀ, ਜਦੋਂ ਆਪਾਂ ਇਲੈਕਟ੍ਰਿਸਿਟੀ ਆਪਣੇ ਘਰੇ ਚਲੀ ਜਾਂਦੀ ਹੈ ਅਤੇ ਇਨਵਰਟਰ 'ਤੇ ਸਿਸਟਮ ਆਪਣਾ ਹੋ ਜਾਂਦਾ। ਇਹ ਪ੍ਰੋਸੈਸ ਹੁੰਦੀਆਂ ਹੈਗੀਆਂ। ਤਾਂ ਇਨ ਬੋਥ ਕੇਸਿਸ the reverse process take places. In first case during charging of a cell, what will happen, the electrical energy is going to change into the chemical energy, and in second case when there is a discharging of the cell, what will happening is that the chemical energy is going to change into the electrical energy to provide electricity to the household appliances. ਇਹ ਦਾ ਸਟਰਕਚਰ ਹੈ ਸਿੰਪਲ। ਨੈਕਸਟ ਜਿਹੜਾ ਇਹਦਾ ਪਹਿਲਾ ਟੌਪਿਕ ਆਪਣੇ ਕੋਲ ਇੰਟਰਨਲ ਰੈਜ਼ਿਸਟੈਂਸ ਆ। ਹੁਣ ਮੈਂ ਇੰਟਰਨਲ ਰੈਜ਼ਿਸਟੈਂਸ ਤੋਂ ਪਹਿਲਾਂ ਤੁਹਾਨੂੰ ਮੈਂ ਦੇਖੋ ਇੱਕ ਟੌਪਿਕ ਅਸੀਂ ਆਹ ਦੇਖੋ ਇੱਧਰ, ਇਹ 'ਚ ਕੀ ਸੀ, ਇਲੈਕਟ੍ਰੋਲਾਈਟ ਸੋਲਿਊਸ਼ਨ ਆ, ਇਲੈਕਟ੍ਰੋਡਸ ਆ ਗਏ, ਇਹ ਸਾਰੀਆਂ ਜਿਹੜੀਆਂ ਸਟਰਕਚਰਸ ਆ ਗਈਆਂ ਜਦੋਂ ਇਹਦੇ ਵਿੱਚ ਕਰੰਟ ਫਲੋ ਕਰਦਾ ਉਹਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰਦੀਆਂ, ਕਰੰਟ ਦੇ ਫਲੋ ਨੂੰ ਆਪੋਜੀਸ਼ਨ ਪ੍ਰੋਵਾਈਡ ਕਰਦੀਆਂ। ਦੇਖੋ ਇੰਟਰਨਲ ਰੈਜ਼ਿਸਟੈਂਸ ਰੈਫਰਸ ਟੂ ਦਾ ਆਪੋਜੀਸ਼ਨ ਟੂ ਦਾ flow of current offered by the cells and batteries themselves resulting in the generation of heat. Internal resistance is measured in ohms. Internal resistance is a resistance present within the battery that resists the current flow when connected to a circuit. Cause of internal resistance ਕੀ ਆ, ਰੀਜਨ ਸਿੰਪਲ ਆ। ਦੇਖੋ ਕੋਈ ਵੀ ਇਲੈਕਟ੍ਰੋਡ ਆ ਜਾਂ ਇਲੈਕਟ੍ਰੋਲਾਈਟ ਸੋਲਿਊਸ਼ਨ ਬਣੇ ਤਾਂ ਐਲੀਮੈਂਟਸ ਦੀ ਹੈ ਨਾ, ਐਲੀਮੈਂਟਸ ਕੋਈ ਵੀ ਪਰਫੈਕਟਲੀ ਇਲੈਕਟ੍ਰਿਕ ਕੰਡਕਟਰ ਨਹੀਂ ਹੁੰਦਾ, ਉਹ ਕੁਛ ਨਾ ਕੁਛ ਪੋਜੀਸ਼ਨ ਤਾਂ ਪ੍ਰੋਵਾਈਡ ਕਰਦੀ ਹੈ ਕਰੰਟ ਦੇ ਫਲੋ ਨੂੰ, ਇਸ ਕਰਕੇ ਇਹ ਵੀ ਪ੍ਰੋਵਾਈਡ ਕਰੇਗਾ। ਇਹਦੇ ਵਿੱਚ ਤਾਂ ਇਲੈਕਟ੍ਰੋਲਾਈਟਿਕ ਸੋਲਿਊਸ਼ਨ ਵੀ ਹੈ, ਇਲੈਕਟ੍ਰੋਡਸ ਵੀ, ਹੋਰ ਵੀ ਕੁਛ ਇੰਟਰਨਲ ਸਰਕਟਸ ਦੇ ਵਿੱਚ ਹੁੰਦੇ, ਇਹਦੇ ਸਿਸਟਮ ਹੁੰਦਾ। ਇਹ ਸਾਰਾ ਕੰਬਾਈਨਡਲੀ ਜਿਹੜਾ ਕਿ ਪੋਜੀਸ਼ਨ ਪ੍ਰੋਵਾਈਡ ਕਰਦੇ ਉਹ ਇੰਟਰਨਲ ਰੈਜ਼ਿਸਟੈਂਸ ਹੁੰਦਾ। ਜਦੋਂ ਆਪਾਂ ਸਰਕਟ ਨੂੰ ਦੇ ਵਿੱਚ ਇਹਨੂੰ ਅਟੈਚ ਕਰਦੇ ਹਾਂ ਬੈਟਰੀ ਨੂੰ, ਉਦੋਂ ਇੰਟਰਨਲ ਰੈਜ਼ਿਸਟੈਂਸ ਮਤਲਬ ਕਿ ਆਉਂਦਾ ਗਾ, ਠੀਕ ਹੈ ਨਾ। ਓਪਨ ਸਰਕਟ ਦੇ ਵਿੱਚ ਨਹੀਂ ਇੰਟਰਨਲ ਰੈਜ਼ਿਸਟੈਂਸ ਹੁੰਦਾ, ਜਦੋਂ ਕਨੈਕਟ ਕਰਦੇ ਸਰਕਟ ਦੇ ਵਿੱਚ ਇਹਨੂੰ, ਤਾਂ ਉਦੋਂ ਜਿਹੜਾ ਇਹਦੇ ਅੰਦਰ ਮਟੀਰੀਅਲ ਆ ਮਤਲਬ ਕਿ ਇਲੈਕਟ੍ਰੋਲਾਈਟਿਕ ਸੋਲਿਊਸ਼ਨ ਆ ਉਹ ਖੁਦ ਆਪਣਾ ਇੰਟਰਨਲ ਰੈਜ਼ਿਸਟੈਂਸ ਪ੍ਰੋਵਾਈਡ ਕਰਦਾ, ਪੋਜੀਸ਼ਨ ਪ੍ਰੋਵਾਈਡ ਕਰਦਾ ਫਲੋ ਆਫ ਇਲੈਕਟ੍ਰੋਨਸ ਨੂੰ, ਤਾਂ ਉਹ ਕੀ ਇਹਦਾ ਇੰਟਰਨਲ ਰੈਜ਼ਿਸਟੈਂਸ ਆ। ਇੰਟਰਨਲ ਰੈਜ਼ਿਸਟੈਂਸ ਬੇਸਿਕਲੀ ਕੀ ਆ ਫਿਰ, ਇਹ ਇੱਕ ਰੈਜ਼ਿਸਟੈਂਸ ਆ ਅਤੇ ਯੂਨਿਟ ਦੀ ਓਮ ਆ। ਇਹ ਇੱਕ ਚੀਜ਼ ਇਹਦੇ 'ਚ ਹੋਰ ਨੋਟ ਕਰਨ ਵਾਲੀ ਹੈ ਵੀ ਜਿਉਂ ਬੈਟਰੀ ਨੂੰ ਆਪਾਂ ਯੂਜ਼ ਕਰੀ ਚੱਲਾਂਗੇ, ਵਾਰ ਯੂਜ਼ ਕਰੀ ਚੱਲਾਂਗੇ, ਚਾਰਜ ਡਿਸਚਾਰਜ ਤਾਂ ਉਹਦੇ ਨਾਲ ਉਹਦਾ ਇੰਟਰਨਲ ਰੈਜ਼ਿਸਟੈਂਸ ਕੀ ਹੁੰਦਾ, ਇਨਕਰੀਜ਼ ਹੋ ਜਾਂਦਾ। ਇਹੀ ਕਾਰਨ ਆ ਵੀ ਆਪਣੇ ਕੋਲ ਜਿਹੜਾ ਹੁੰਦਾ ਇਹ ਜ਼ਿਆਦਾ ਸਮਾਂ ਨਹੀਂ ਚੱਲਦੀਆਂ ਬੈਟਰੀਆਂ। ਆਪਣੇ ਕੋਲ ਇਨਵਰਟਰ ਦੀ ਬੈਟਰੀ ਦੀ ਲਾਈਫ ਦੇਖੋ 3 to 5 years ਹੁੰਦੀ ਹੈ, ਨਾਰਮਲ ਰਿਮੋਟ ਦੀ ਬੈਟਰੀ ਦੀ ਲਾਈਫ ਵੀ ਥੋੜ੍ਹੀ ਹੁੰਦੀ ਹੈ। ਇਸ ਦੀ ਕਾਰਨ ਕੀ ਹੈ, ਕਿਉਂਕਿ ਰੈਜ਼ਿਸਟੈਂਸ ਸਮੇਂ ਦੇ ਨਾਲ ਕੀ ਹੁੰਦਾ, ਉਹਦਾ ਇਨਕਰੀਜ਼ ਹੁੰਦਾ ਰਿਐਕਸ਼ਨ ਦੇ ਨਾਲ, ਕੈਮੀਕਲ ਰਿਐਕਸ਼ਨਸ ਦੇ ਨਾਲ, ਚਾਰਜਿੰਗ ਡਿਸਚਾਰਜਿੰਗ ਪ੍ਰੋਸੈਸ ਦੇ ਨਾਲ ਉਹਦਾ ਇਲੈਕਟ੍ਰੋਲਾਈਟਿਕ ਸੋਲਿਊਸ਼ਨ ਦੇ ਵਿੱਚ ਰੈਜ਼ਿਸਟੈਂਸ ਕੀ ਹੁੰਦਾ, ਇਨਕਰੀਜ਼ ਹੁੰਦਾ ਵਾ, ਰਾਈਟ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ EMF ਆਫ ਏ ਸੈੱਲ। EMF ਦੇਖੋ ਇਲੈਕਟ੍ਰੋਮੋਟਿਵ ਫੋਰਸ ਆਫ ਏ ਸੈੱਲ, ਬੇਸਿਕਲੀ ਦਿਸ ਇਜ਼ ਨਾਟ ਏ ਫੋਰਸ, ਮੈਂ ਤੁਹਾਨੂੰ ਅੱਗੇ ਦੱਸਣਾਗਾ। Electromotive force of a cell, EMF of a cell, is the maximum potential difference between two electrodes of a cell in an open circuit. EMF name is misnomer as it's not a force. ਇਹਦੀ ਯੂਨਿਟ ਕੀ ਹੁੰਦੀ ਆ, ਵੋਲਟ ਹੁੰਦੀ ਆ। ਜਦੋਂ ਆਪਾਂ ਨਿਊ ਬੈਟਰੀ ਪਰਚੇਜ ਕਰਦੇ ਹਾਂ ਮਾਰਕੀਟ ਦੇ ਵਿੱਚੋਂ, ਉਹਦੇ ਉੱਤੇ ਇਹਦੀ ਵੈਲਿਊ ਲਿਖੀ ਹੁੰਦੀ, ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਇੱਧਰ ਦੇਖੋ, ਧਿਆਨ ਨਾਲ ਦੇਖੋ ਸਾਰੇ, 9 ਵੋਲਟ ਲਿਖੀ ਹੈ ਨਾ ਬੇਟਾ, ਇਹ 9 ਵੋਲਟ ਕੀ ਆ, ਨਿਊ ਬੈਟਰੀ ਦੇ ਉੱਤੇ ਲਿਖੀ ਹੋਈ ਵੈਲਿਊ ਆ। ਇਹ ਕੀ ਆ, ਇਸ ਦੀ EMF ਆ। ਸਰਕਟ ਓਪਨ ਸਟੇਟ ਦੇ ਵਿੱਚ ਹੁੰਦਾ ਗਾ, ਤਾਂ ਇਹਦੇ ਵਿੱਚ ਤੁਹਾਨੂੰ ਮੈਂ ਡਾਇਗਰਾਮ ਤੋਂ ਸਮਝਾਉਣਾ ਥੋੜ੍ਹਾ, ਇੱਧਰ ਦੇਖੋ ਧਿਆਨ ਨਾਲ। ਇਹ ਡਾਇਗਰਾਮ ਸੈਟਅਪ ਆ ਸੈੱਲ ਆਪਣਾ ਜਿਹੜਾ ਤੁਹਾਨੂੰ ਦਿਖਾ ਰਿਹਾ ਸੀ ਉਸ ਤਰ੍ਹਾਂ ਦਾ। ਇਹ ਇਹਦਾ ਇੰਟਰਨਲ ਰੈਜ਼ਿਸਟੈਂਸ ਦਾ ਆਊਟਵਰਡ ਸ਼ੋ ਕੀਤਾ ਹੋਇਆ ਹੈ, ਇਹ ਅੰਦਰ ਇੰਟਰਨਲ ਰੈਜ਼ਿਸਟੈਂਸ ਹੈ ਸੈੱਲ ਦਾ, ਇਹਨੂੰ ਆਪਾਂ ਵਿੱਚ ਨਹੀਂ ਸ਼ੋ ਕਰਦੇ, ਜਾਂ ਨੀਚੇ ਸ਼ੋ ਕਰਦੇ ਜਾਂ ਸਾਈਡ 'ਤੇ ਕਰਦੇ।
ਇਹ ਸਰਕਟ ਓਪਨ ਆ, ਮੀਨਸ ਵੀ ਇਹ ਬੈਟਰੀ ਮੇਰੇ ਹੱਥ 'ਚ ਜਿਵੇਂ ਸੀਗੀ ਦੇਖੋ ਐਵੇਂ ਹੀ ਹੈ, ਇਹਨੂੰ ਇਸ ਤਰੀਕੇ ਨਾਲ ਅੰਡਰਸਟੈਂਡ ਕਰੋ। ਬਟ ਜੇ ਮੈਂ ਇਸ ਦੇ ਦੋਨੇ ਟਰਮੀਨਲ ਦੇ ਉੱਤੇ ਕੋਈ ਮੇਅਰਮੈਂਟ ਇੰਸਟਰੂਮੈਂਟ ਲਗਾ ਦਿੰਦਾ ਤਾਂ ਉਦੋਂ ਜਿਹੜੀ ਇਹਦੀ ਮੇਅਰ ਵੈਲਿਊ ਹੋਊਗੀ ਦੈਟ ਇਜ਼ ਦਾ EMF ਆਫ ਦਾ ਸੈੱਲ, ਕਿਉਂਕਿ ਬਾਹਰ ਤਾਂ ਕਰੰਟ ਜਾ ਹੀ ਨਹੀਂ ਰਿਹਾ ਨਾ। ਜੇ ਬਾਹਰ ਕਰੰਟ ਜਾ ਰਿਹਾ ਤਾਂ ਉਹ ਤਾਂ ਵੈਲਿਊ ਚੇਂਜ ਹੋ ਜਾਏਗੀ, ਉਹ ਰੀਜ਼ਨ ਤੁਹਾਨੂੰ ਅੱਗੇ ਦੱਸਾਂਗਾ ਕਿਉਂ। ਬਟ ਜਦੋਂ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਦੇ ਉੱਤੇ ਆਪਾਂ ਇਹਨੂੰ ਮੇਅਰ ਕਰਾਂਗੇ ਵੈਲਿਊ ਨੂੰ, ਜਦੋਂ ਇਹਦੇ ਵਿੱਚ ਦੀ ਕਰੰਟ ਫਲੋ ਨਹੀਂ ਕਰ ਰਿਹਾ ਹੈਗਾ ਉਦੋਂ ਕੀ ਹੁੰਦਾ, ਇਹ ਸਰਕਟ ਓਪਨ ਹੁੰਦਾ ਗਾ। ਲੋਡ ਇਹਦੇ ਵਿੱਚ ਜਿਹੜਾ ਲੱਗਿਆ ਹੋਇਆ ਆ ਬਾਹਰ, ਲੋਡ ਕੀ ਆ, ਕੋਈ ਵੀ ਮੰਨ ਲਓ ਬੱਲਬ ਲਾਤਾ LED ਦਾ, ਕੁਝ ਵੀ ਲਾਤਾ ਆਪਾਂ, ਠੀਕ ਹੈ ਨਾ, ਕੋਈ ਵੀ ਚੀਜ਼ ਲਗਾਤੀ ਆਪਾਂ, ਉਹ ਜਦੋਂ ਕਰੰਟ ਹੀ ਨਹੀਂ ਡਰਾ ਕਰ ਰਿਹਾ ਸਰਕਟ, ਆਊਟਰ ਸਰਕਟ ਵਿੱਚ ਦੀ ਕਰੰਟ ਹੀ ਨਹੀਂ ਜਾ ਰਿਹਾ, ਤਾਂ ਉਦੋਂ ਜਿਹੜਾ ਇਹਦਾ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਉਹ ਕੀ ਹੋਏਗਾ, ਇਹਦਾ EMF ਹੋਏਗੀ ਸੈੱਲ ਦੀ, ਰਾਈਟ। ਤਾਂ EMF ਆਫ a cell is equal to what, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਆਫ ਦਾ ਸੈੱਲ ਵੈਨ ਸਰਕਟ ਇਜ਼ ਇਨ ਓਪਨ ਸਟੇਟ। ਤਾਂ ਓਪਨ ਸਟੇਟ ਦੇ ਵਿੱਚ ਹੀ ਆਪਾਂ EMF ਕੈਲਕੂਲੇਟ ਕਰਨੀ ਹੈ, ਕਲੋਜ਼ਡ ਸਟੇਟ ਦੇ ਵਿੱਚ ਨਹੀਂ ਕਰਨੀ, ਇਹ ਤੁਸੀਂ ਧਿਆਨ ਰੱਖਣਾ। ਓਪਨ ਦਾ ਮਤਲਬ ਇੱਥੇ ਤੁਸੀਂ ਉਲਝਣਾ ਨਹੀਂ ਹੈਗਾ ਵੀ ਓਪਨ ਦਾ ਮਤਲਬ ਵੀ ਉਹ ਯੂਜ਼ ਨਹੀਂ ਕਰ ਰਿਹਾ, ਉਹਨੂੰ ਪਿਆ ਆਪਣੇ ਕੋਲ, ਠੀਕ ਹੈ ਨਾ, ਕਿਤੇ ਵੀ ਨਹੀਂ ਅਟੈਚ ਕੀਤਾ ਹੋਇਆ ਆਪਾਂ, ਤਾਂ ਉਹ ਓਪਨ ਆ ਸੈੱਲ। ਆਮ ਜਦੋਂ ਆਪਾਂ ਮਾਰਕੀਟ 'ਚ ਨਵਾਂ ਪਰਚੇਜ ਕੀਤਾ ਉਦੋਂ ਉਹਦੇ ਜੀ ਉੱਤੇ ਜਿਹੜੀ ਵੈਲਿਊ ਲਿਖੀ ਹੁੰਦੀ ਹੈ ਦੈਟ ਇਜ਼ ਦਾ EMF ਆਫ ਏ ਸੈੱਲ। ਹੁਣ ਅਗਰ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਆਫ ਏ ਸੈੱਲ, ਤਾਂ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਆਫ ਏ ਸੈੱਲ ਕੀ ਹੁੰਦਾ ਗਾ, ਬਿਲਕੁਲ ਸਿੰਪਲ ਹੈਗਾ। ਇਸ ਨੂੰ ਆਪਾਂ ਅੱਗੇ ਚੱਲਦੇ ਹਾਂ, ਦੇਖੋ ਆਹ ਆਪਣੇ ਕੋਲ ਸਰਕਟ ਆ, ਇਹ ਨਹੀਂ ਇੱਕ ਮਿੰਟ, ਆਹ ਸਰਕਟ ਆਪਣੇ ਕੋਲ, ਰਾਈਟ। ਇਹਦੇ ਵਿੱਚ ਕੀ ਹੈਗਾ, ਰਾਈਟ, ਇਹਦੇ ਵਿੱਚ ਕੀ ਸਰਕਟ ਨੂੰ ਆਪਾਂ ਕਲੋਜ਼ ਕਰਤਾ। ਕਲੋਜ਼ ਮੀਨਸ ਆਪਾਂ ਜਿਵੇਂ ਆਪਾਂ ਪੱਖੇ ਨਹੀਂ ਚੱਲਦੇ ਗਏ ਆਪਣੇ ਕਲਾਸਰੂਮ ਦੇ ਵਿੱਚ ਵੀ ਆਪਾਂ ਸੁੱਚ ਛੱਡਤੀ, ਪੱਖਾ ਚੱਲ ਪਿਆ, ਹੁਣ ਆਪਾਂ ਮੰਨ ਲਓ ਸੁੱਚ ਛੱਡਤੀ, ਇਹਦੀ ਸੁੱਚ ਛੱਡਣ ਤੋਂ ਬਾਅਦ ਕੀ ਹੋਇਆ ਵੀ ਆਹ ਮੰਨ ਲਓ ਪੱਖਾ ਹੀ ਹੈ ਲਾ ਲਓ, ਰਾਈਟ, ਜਾਂ ਕੋਈ ਬੱਲਬ ਆ, ਇਹ ਚੱਲ ਪਿਆ। ਜਦੋਂ ਇਹ ਚੱਲ ਪਿਆ ਤਾਂ ਬੈਟਰੀ ਕਰੰਟ ਦਿਓ ਨਾ ਇਸ ਨੂੰ, ਐਵੇਂ ਕਿਵੇਂ ਚੱਲ ਪਊਗੇ, ਰਾਈਟ। ਮੰਨ ਲਓ ਬੈਟਰੀ ਨਾਲ ਅਟੈਚ ਕੀਤਾ ਹੋਇਆ ਪੱਖਾ ਆਪਾਂ, ਰਾਈਟ, ਬਾਹਰੋਂ ਨਹੀਂ ਸਪਲਾਈ ਆ ਰਹੀਗੀ, ਤਾਂ ਉਹ ਬੈਟਰੀ ਇਹਨੂੰ ਕਰੰਟ ਦੇਊਗੀ ਨਾ ਪੱਖੇ ਨੂੰ, ਇਸ ਨੂੰ, ਜਾਂ ਟਾਰਚ LED ਟਾਰਚ ਹੁੰਦੀ ਆਪਣੇ ਕੋਲੇ, ਮੰਨ ਲਓ ਆਪਾਂ ਸਵਿਚ ਔਨ ਕਰਤੀ ਉਹਦੀ, ਤੇ ਜਦੋਂ ਬਾਹਰ ਕਰੰਟ ਆਊਗਾ ਤਾਂ ਬੈਟਰੀ ਬਿਜਲੀ ਕਰੰਟ ਹੀ ਆਊਗਾ ਨਾ ਪਾਸ ਹੋਣ ਵਾਸਤੇ ਬਾਹਰ ਟਰਮੀਨਲ ਦੇ ਉੱਤੇ, ਤਾਂ ਉਦੋਂ ਜਿਹੜਾ ਇੰਟਰਨਲ ਰੈਜ਼ਿਸਟੈਂਸ ਆ, ਇਹ ਤੁਹਾਨੂੰ ਦੱਸਿਆ ਸੀ ਸ਼ੁਰੂ ਦੇ ਵਿੱਚ ਮੈਂ ਵੀ ਉਦੋਂ ਐਕਸ਼ਨ ਦੇ ਵਿੱਚ ਆਉਂਦਾ ਜਦੋਂ ਬੈਟਰੀ ਨੂੰ ਆਪਾਂ ਅਟੈਚ ਕਰਦੇ ਹਾਂ ਸਰਕਟ ਦੇ ਵਿੱਚ। ਤਾਂ ਇਹ ਕੁਛ ਇੰਟਰਨਲ ਰੈਜ਼ਿਸਟੈਂਸ ਕੀ ਕਰੂਗਾ, ਬੈਟਰੀ ਦੀ ਜਿਹੜੀ EMF ਉਹਨੂੰ ਕੰਜ਼ਿਊਮ ਕਰ ਲਊਗਾ, ਬਾਹਰ ਜਾਣ ਤੋਂ ਪਹਿਲਾਂ ਕੀ ਕਰ ਲਓ, ਕੁਛ ਉਹਨੂੰ ਕੰਜ਼ਿਊਮ ਕਰ ਲਓ, ਕਹਿਣ ਦਾ ਮਤਲਬ ਖਾ ਜੂ, ਐਂ ਕਰ ਲਓ ਤੁਸੀਂ ਸਿੰਪਲ ਤਰੀਕੇ ਦੇ ਵਿੱਚ ਸਮਝਣਾਗਾ। ਮੰਨ ਲਓ ਇਹ 9 ਵੋਲਟ, ਇਹਨੇ 3 ਵੋਲਟ ਮੰਨ ਲਓ ਇਹਨੇ ਕੰਜ਼ਿਊਮ ਕਰ ਲਈ, ਪਿੱਛੇ ਕਿੰਨੀ ਰਹਿ ਗਈ 6 ਰਹਿ ਗਈ, ਉਹ 6 ਟਰਮੀਨਲਸ ਦੇ ਉੱਤੇ ਆਊਗੀ ਇੱਥੇ, ਰਾਈਟ। ਉਹ 6 ਜਿਹੜੀ ਟਰਮੀਨਲ ਦੇ ਉੱਤੇ ਆਊਗੀ ਉਹਨੂੰ ਕਹਿੰਦੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ। ਇੱਥੋਂ ਕੀ ਤੁਸੀਂ ਸਮਝੇ ਬਈ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੁੰਦਾ ਉਹ ਹਮੇਸ਼ਾ ਕੀ ਹੁੰਦਾ ਗਾ, EMF ਤੋਂ ਕੀ ਹੁੰਦਾ, ਉਹ ਘੱਟ ਹੁੰਦਾ। ਘੱਟ ਦਾ ਕਾਰਨ ਕੀ ਪਤਾ ਲੱਗਿਆ, ਆਹ ਕਾਰਨ ਹੈ ਘੱਟ ਦਾ, ਜਿਹੜਾ ਇੱਥੇ ਕੰਜ਼ਿਊਮ ਹੋ ਰਿਹਾ ਹੈਗਾ, ਵੇਸਟ ਕਹਿ ਲਓ ਤੁਸੀਂ ਇਹਨੂੰ, ਜਿਹੜੀ EMF ਤੇ ਵੇਸਟ ਹੋ ਰਹੀ ਹੈ, ਕੌਣ ਵੇਸਟ ਕਰ ਰਿਹਾ, ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈੱਲ। ਤਾਂ ਹੀ ਤਾਂ ਟੋਟਲ ਆਊਟਪੁੱਟ ਨਹੀਂ ਮਿਲਦੀ ਆਪਾਂ ਨੂੰ, ਜਿਹੜੀ ਉਹਦੀ ਮਤਲਬ ਕਿ ਰਿਕਮੈਂਡਡ ਆਊਟਪੁੱਟ ਹੁੰਦੀ ਹੈ ਕਿ ਕਿਸੇ ਵੀ ਬੈਟਰੀ ਦੀ, ਉਸ ਤੋਂ ਘੱਟ ਹੀ ਆਊਟਪੁੱਟ ਆਪਾਂ ਨੂੰ ਮਿਲਦੀ ਹੈ। ਰੀਜ਼ਨ ਕੀ ਹੈ, ਉਹਦਾ ਇੰਟਰਨਲ ਰੈਜ਼ਿਸਟੈਂਸ ਕਰਕੇ ਬੈਟਰੀ ਦੀ EMF ਕੀ ਹੋ ਜਾਂਦੀ ਹੈ, ਕੰਜ਼ਿਊਮ ਹੋ ਜਾਂਦੀ ਹੈ, ਰਾਈਟ। ਇਹਨੂੰ ਆਪਾਂ ਡਿਸਚਾਰਜਿੰਗ ਵੀ ਕਹਿੰਦੇ ਹਾਂ, ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਡਿਸਚਾਰਜਿੰਗ ਆਫ ਏ ਸੈੱਲ। ਵੀ ਜਦੋਂ ਆਪਾਂ ਲੋਡ ਅਟੈਚ ਕੀਤਾ ਸੀ ਨਾਲ ਇਹਦੇ ਐਕਸਟਰਾ, ਦੇਖੋ ਲੋਡ ਮੀਨਸ ਇੱਥੇ ਕੋਈ ਬਲਨ ਵਗੈਰਾ ਲਾਤਾ ਸੀ, ਤਾਂ ਉਦੋਂ ਬੈਟਰੀ ਦੀ ਜਿਹੜੀ ਚਾਰਜਿੰਗ ਕਪੈਸਿਟੀ ਸੀ ਉਹ ਘਟਣ ਲੱਗ ਗਈ, ਬੈਟਰੀ ਦੇ ਵਿੱਚੋਂ EMF ਯੂਜ਼ ਹੋਣ ਲੱਗ ਗਈ। ਉਦੋਂ ਮਤਲਬ ਕਿ ਕੀ ਹੋ ਰਿਹਾ ਹੈਗਾ, ਉਸ ਟਾਈਮ ਕੀ ਹੋ ਰਿਹਾ ਹੈਗਾ, ਜਿਹੜੀ ਮਤਲਬ ਕਿ EMF ਆ ਦੇਖੋ ਮੈਂ ਤੁਹਾਨੂੰ EMF ਦੀ ਵੈਲਿਊ ਕੀ ਹੁੰਦੀ ਹੈ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਤੋਂ ਜ਼ਿਆਦਾ ਹੋ ਜਾਂਦੀ ਆ, ਜਾਂ ਕਹਿੰਦੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਬਾਹਰ ਆ ਰਹੀ ਹੈ EMF ਉਹ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਕਿਉਂ, ਰੀਜ਼ਨ ਦੇਖੋ I = E/R+R, ਇੱਥੋਂ ਦੇਖੋ ਇਹਨੂੰ ਕੀ ਆ, ਜਿਹੜਾ ਕਰੰਟ ਫਲੋ ਕਰ ਰਿਹਾ ਉਹਨਾਂ ਦੋਨਾਂ ਨੂੰ ਰੈਜ਼ਿਸਟੈਂਸ ਪ੍ਰੋਵਾਈਡ ਹੋ ਰਿਹਾ ਨਾ, ਇੰਟਰਨਲ ਰੈਜ਼ਿਸਟੈਂਸ ਵੀ ਉਹਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰ ਰਿਹਾ, ਬਾਹਰਲਾ ਵੀ ਰੈਜ਼ਿਸਟੈਂਸ ਪ੍ਰੋਵਾਈਡ ਕਰ ਰਿਹਾ। ਫਿਰ ਕੀ ਆ, ਇਹਨੂੰ ਆਪਾਂ ਕ੍ਰੋਸ ਮਲਟੀਪਲਾਈ ਕਰ ਲਿਆ, ਕ੍ਰੋਸ ਮਲਟੀਪਲਾਈ ਕਰਕੇ ਦੇਖੋ ਕੀ ਹੋ ਰਿਹਾ ਅੱਗੇ, ਆ ਜਿਹੜਾ ਆਪਣੇ ਕੋਲ ਆ ਇੰਟਰਨਲ ਰੈਜ਼ਿਸਟੈਂਸ ਆ ਤੇ ਆ ਐਕਸਟਰਨਲ ਰੈਜ਼ਿਸਟੈਂਸ ਆਪਣੇ ਕੋਲ, ਇਹ ਆਪਸ ਦੇ ਵਿੱਚ ਪੈਰਲਲ 'ਚ ਅਟੈਚ ਆ। ਪੈਰਲਲ 'ਚ ਅਟੈਚਮੈਂਟ ਹੋਣ ਕਰਕੇ ਇਹਨਾਂ ਵਿੱਚ ਪੋਟੈਂਸ਼ੀਅਲ ਡ੍ਰੌਪ ਕੀ ਹੋਏਗਾ, ਬਰਾਬਰ ਹੋਏਗਾ। ਆਪਾਂ ਉਹਨੂੰ ਵੈਲਿਊ ਭਰਤੀ ਦੇਖੋ B = IR ਦੀ, ਜਦੋਂ B = IR ਦੀ ਵੈਲਿਊ ਭਰਤੀ ਆਪਾਂ IR ਦੀ ਇੱਥੇ, ਰਾਈਟ, ਆਹ IR ਦੀ ਥਾਂ 'ਤੇ ਕੀ ਭਰਤਾ ਵਾ, ਇੱਥੇ ਆਪਾਂ B ਪੁੱਟ ਕਰਤਾ, ਰਾਈਟ। ਆਹ ਵਾਲਾ ਕਿਉਂ ਪੁੱਟ ਕੀਤਾ, ਕਿਉਂਕਿ ਤੁਹਾਨੂੰ ਪਤਾ ਹੋਏਗਾ ਵੀ ਜਦੋਂ ਆਪਾਂ ਸਰਕਟ ਦੇ ਵਿੱਚ ਪੈਰਲਲ ਕੰਬੀਨੇਸ਼ਨ ਆਫ ਰੈਜ਼ਿਸਟੈਂਸ ਕਰਦੇ ਹਾਂ ਤਾਂ ਪੋਟੈਂਸ਼ੀਅਲ ਡ੍ਰੌਪ ਕੀ ਹੁੰਦਾ ਬੇਟਾ, ਉਹ ਬਰਾਬਰ ਹੁੰਦਾ ਗਾ। ਤਾਂ ਉਸ ਤੋਂ ਆਹ ਫਾਰਮੂਲਾ ਬਣ ਗਿਆ ਆਪਣੀ E = B + IR, ਤੇ B ਕਦੇ ਬਰਾਬਰ ਹੈਗਾ E - IR। ਹੁਣ ਆਹ IR ਦੇਖੋ ਮਾਈਨਸ ਹੋ ਗਿਆ, ਮਾਈਨਸ ਹੋਣ ਦਾ ਮਤਲਬ ਕੀ ਹੋ ਗਿਆ, ਘਟ ਗਿਆ, ਇਹ ਘਟਣ ਦਾ ਮਤਲਬ ਕੀ ਹੋ ਗਿਆ, ਲੋਸਟ ਹੋ ਗਿਆ, ਤੇ ਇਹਨੂੰ ਲੋਸਟ EMF ਕਹਿੰਦੇ ਆ। ਤੇ ਲੋਸਟ EMF ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਇਟ ਇਜ਼ ਦਾ EMF lost during the discharging of a cell. So the terminal potential difference of a cell is always less than the EMF of the cell during discharging of a cell, right? ਇਹਨੂੰ ਤੁਸੀਂ ਸਮਝ ਲਿਓ, ਬਿਲਕੁਲ ਸਿੰਪਲ ਜਿਹਾ ਟੌਪਿਕ ਆ। ਫਿਰ ਦੇਖੋ ਇਹਦੇ ਵਿੱਚ ਇੱਕ ਨੈਕਸਟ ਟੌਪਿਕ ਹੈਗਾ ਵੀ ਆਪਾਂ ਚਾਰਜ ਕਰਨ ਵੇਲੇ ਕੀ ਕਰਨਾ। ਚਾਰਜਿੰਗ ਕੀ ਹੈ, ਜਿਵੇਂ ਮੋਬਾਈਲ ਨੂੰ ਚਾਰਜ ਕਰਦੇ ਆਪਾਂ ਨਾ, ਮੋਬਾਈਲ ਨੂੰ ਚਾਰਜ ਕਰਦੇ ਆਪਾਂ, ਉਹ ਚਾਰਜਿੰਗ ਆਫ ਏ ਸੈੱਲ ਕਹਿ ਲਓ। ਜਦੋਂ ਮੋਬਾਈਲ ਨੂੰ ਯੂਜ਼ ਕਰਦੇ ਆਪਾਂ ਚਾਰਜ ਕਰੋ, ਡਿਸਚਾਰਜਿੰਗ ਆਫ ਏ ਸੈੱਲ ਆ। ਤਾਂ ਚਾਰਜਿੰਗ ਆਫ ਏ ਸੈੱਲ ਦੇ ਵਿੱਚ ਕੀ ਸਿੰਪਲ ਤਰੀਕਾ ਹੈਗਾ ਵੀ ਜਿਹੜਾ ਬਾਹਰ ਤੁਸੀਂ ਚਾਰਜਰ ਲਗਾਇਆ ਹੋਇਆ, ਬਾਹਰ ਜਿਹੜਾ ਤੁਸੀਂ ਬੈਟਰੀ ਲਗਾਈ ਹੋਈ ਹੈ ਜਾਂ ਸੈੱਲ ਲਗਾਇਆ ਹੋਇਆ, ਉਹਦਾ ਪੋਟੈਂਸ਼ੀਅਲ ਵੱਧ ਹੀ ਹੋਣਾ ਚਾਹੀਦਾ ਨਾ ਇਹਦੇ ਅੰਦਰਲੇ ਸਾਰੇ ਪੋਟੈਂਸ਼ੀਅਲ ਤੋਂ। ਜੇ ਅੰਦਰਲੇ ਸਾਰੇ ਪੋਟੈਂਸ਼ੀਅਲ ਤੋਂ ਉਹਦਾ ਪੋਟੈਂਸ਼ੀਅਲ ਵੱਧ ਹੋਊਗਾ ਤਾਂ ਫੇਰ ਹੀ ਇਹ ਚਾਰਜ ਹੋਊਗਾ, ਐਵੇਂ ਚਾਰਜ ਹੋ ਜੂਗਾ। ਫਾਰ ਐਗਜ਼ਾਮਪਲ ਆ ਦੇਖੋ ਮੇਰੇ ਕੋਲ ਕੀ ਹੈਗਾ, ਇੱਕ ਇਹ
ਆਹਗਾ ਪਾਵਰ ਬੈਂਕ ਆ, ਜਦੋਂ ਆਪਾਂ ਇਹਨੂੰ ਚਾਰਜ ਕਰਨਾ ਗਾ ਜਾਂ ਮੈਂ ਮੋਬਾਈਲ ਨੂੰ ਇਹਦੇ ਨਾਲ ਚਾਰਜ ਕਰਨਾ ਆਪਣੇ ਮੋਬਾਈਲ ਨੂੰ, ਰਾਈਟ, ਤਾਂ ਮੋਬਾਈਲ ਦਾ ਜਿਹੜਾ ਮਤਲਬ ਕਿ ਬੈਟਰੀ ਦੀ ਜਿਹੜੀ ਉਹ ਆ ਪੋਟੈਂਸ਼ੀਅਲ ਉਹ ਘੱਟ ਹੋਣਾ ਚਾਹੀਦਾ ਇਹਦੇ ਨਾਲੋਂ, ਤਾਂ ਫਿਰ ਹੀ ਚਾਰਜ ਕਰੂਗਾ ਇਹ। ਪਰ ਜੇ ਮੰਨ ਲਓ ਮੇਰਾ ਮੋਬਾਈਲ ਵੱਧ ਚਾਰਜ ਆ, ਜ਼ਿਆਦਾ ਚਾਰਜ ਆ, ਤਾਂ ਇਹਦੇ ਵਿੱਚ ਘੱਟ ਆ, ਤਾਂ ਇਹ ਮੋਬਾਈਲ ਵੀ ਕਰ ਸਕਦਾ, ਇਹਨੂੰ ਚਾਰਜ ਕਰ ਸਕਦਾ। ਰਿਵਰਸ ਚਾਰਜਿੰਗ ਪ੍ਰੋਸੈਸ ਵੀ ਪੋਸੀਬਲ ਹੈ ਇਹਦੇ ਵਿੱਚ। ਅੱਜ ਕੱਲ੍ਹ ਮੈਕੈਨਿਜ਼ਮ ਇਹ ਆ ਗਿਆ। ਤਾਂ ਰਿਵਰਸ ਚਾਰਜਿੰਗ ਹੋਣ ਲੱਗੂ ਕਦੋਂ? ਜਦੋਂ ਮੇਰੇ ਮੋਬਾਈਲ ਦਾ ਪੋਟੈਂਸ਼ੀਅਲ ਵੱਧ ਜੂਗਾ ਤੇ ਇਹਦਾ ਪੋਟੈਂਸ਼ੀਅਲ ਕੀ ਹੋ ਜਾਊਗਾ? ਘੱਟ ਜੂਗਾ। ਪਰ ਜਦੋਂ ਇਹਦਾ ਪੋਟੈਂਸ਼ੀਅਲ ਜ਼ਿਆਦਾ ਹੋਊਗਾ ਤੇ ਮੇਰੇ ਮੋਬਾਈਲ ਦਾ ਘੱਟ ਹੋਊਗਾ, ਤਾਂ ਉਦੋਂ ਕੀ ਹੋ ਜਾਊਗਾ? ਇਹ ਮੋਬਾਈਲ ਨੂੰ ਚਾਰਜ ਕਰਨ ਲੱਗ ਜੂਗਾ। ਸਿਮਿਲਰਲੀ ਇੱਥੇ ਕੀ ਹੋ ਰਿਹਾ? ਚਾਰਜਰ ਦਾ ਪੋਟੈਂਸ਼ੀਅਲ ਕੀ ਹੋਣਾ ਚਾਹੀਦਾ? ਜ਼ਿਆਦਾ ਹੋਣਾ ਚਾਹੀਦਾ, ਤਾਂ ਹੀ ਕੀ ਕਰੂਗਾ ਉਹ? ਤਾਂ ਹੀ ਇਸ ਨੂੰ ਚਾਰਜ ਕਰੂਗਾ ਨਾ, ਕਿਉਂਕਿ ਆਹ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੈਗਾ ਇਹ ਇਹਨੂੰ ਚਾਰਜ ਹੀ ਨਹੀਂ ਕਰਨ ਦੇਣਾ ਇਹਨੇ। ਕਿਉਂ ਨਹੀਂ ਚਾਰਜ? ਇਹ ਖੁਦ ਹੀ ਕੰਜ਼ਿਊਮ ਕਰੀ ਚੱਲੂਗੀ ਐਮ ਨੂੰ। ਤਾਂ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਬਾਹਰੋਂ ਆਪਾਂ ਪੋਟੈਂਸ਼ੀਅਲ ਲਗਾਇਆ ਹੋਇਆ ਹੈਗਾ ਉਹ ਇੰਟਰਨਲ ਰੈਜ਼ਿਸਟੈਂਸ ਨੂੰ ਕੀ ਕਰੂਗਾ? ਕਵਰ ਕਰੂਗਾ। ਉਹਨੂੰ ਕਵਰ ਕਰਨ ਤੋਂ ਬਾਅਦ ਹੀ ਸੈੱਲ ਨੂੰ ਕੀ ਕਰੂਗਾ? ਉਹ ਚਾਰਜ ਕਰੂਗਾ। ਤਾਂ ਇਸ ਕਰਕੇ ਕੀ ਹੁੰਦਾ ਗਾ, ਇੱਧਰ ਦੇਖੋ ਤੁਹਾਨੂੰ ਮੈਂ ਦਿਖਾਉਣਾ ਗਾ, ਇਹਦੇ ਵਿੱਚ ਕੀ ਹੁੰਦਾ ਬੇਟਾ, ਚਾਰਜਿੰਗ ਆਫ ਸੈੱਲ ਦੇ ਵਿੱਚ ਕੀ ਹੋਊਗਾ, ਤਾਂ ਜਿਹੜਾ EMF ਹੁੰਦੇ ਬਾਹਰਲਾ ਪੋਟੈਂਸ਼ੀਅਲ ਹੁੰਦਾ ਗਾ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਹੁੰਦਾ, ਉਹ ਜ਼ਿਆਦਾ ਹੁੰਦਾ ਗਾ। ਕਾਹਦੇ ਨਾਲ ਜ਼ਿਆਦਾ ਹੁੰਦਾ? EMF ਨਾਲੋਂ, ਕਿਉਂਕਿ ਜਿੰਨੀ ਤਾਂ ਇੰਨਾ ਤਾਂ ਉਹਨੂੰ ਚਾਰਜ ਕਰੂ। ਉਹ ਦੇਖੋ ਉਹਨੇ ਐਕਸਟਰਾ ਦੇਣੀ ਪਊ ਵੈਲਿਊ, ਉਹਨੂੰ ਕਿਹਨੂੰ ਦੇਣੀ ਪਊ? ਬਾਹਰਲੇ ਪੋਟੈਂਸ਼ੀਅਲ ਨੂੰ। ਕਿਉਂ? ਕਿਉਂਕਿ ਇਹ ਤਾਂ ਉਹਨੂੰ ਵੇਸਟ ਹੀ ਕਰ ਰਿਹਾ ਨਾ ਇੰਨਾ, ਤਾਂ ਇੰਟਰਨਲ ਰੈਜ਼ਿਸਟੈਂਸ ਉਹਨੂੰ ਕੀ ਕਰ ਰਿਹਾ? ਰੈਜ਼ਿਸਟੈਂਸ ਪ੍ਰੋਵਾਈਡ ਕਰ ਰਿਹਾ ਕਰੰਟ ਦੇ ਫਲੋ ਨੂੰ। ਬਾਕੀ ਦੇਖ ਤੁਸੀਂ ਸਟੱਡੀ ਵੀ ਕਰਵਾ ਦੇਖੋ। ਡਿਊਰਿੰਗ ਚਾਰਜਿੰਗ ਆਫ a cell the current flows from positive electrode to negative electrode of the cell. Thus the terminal potential difference of the cell becomes greater than the EMF of the cell. The charger is essentially trying to force electric current into battery in opposite direction that the battery want to send it. The battery is presenting an opposing voltage to but the voltage of charge is trying to do. In order to overcome this opposition the voltage must be higher. ਉਹ ਜਿਹੜਾ ਮਤਲਬ ਕਿ ਆਪਾਂ ਰਿਵਰਸ ਕਰੰਟ ਵਿੱਚ ਫਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਸੈੱਲ ਦੇ ਵਿੱਚ, ਜਦੋਂ ਆਪਾਂ ਉਹਨੂੰ ਚਾਰਜ ਕਰਦੇ ਹਾਂ ਤਾਂ ਉਦੋਂ ਆਪੋਜੀਸ਼ਨ ਤਾਂ ਨੈਚੁਰਲੀ ਹੋਣਾ ਹੀ ਹੋਣਾਗਾ। ਉਹ ਆਪੋਜੀਸ਼ਨ ਨੂੰ ਵੀ ਉਹਨੂੰ ਸਰਪਾਸ ਕਰਨਾ ਪਊਗਾ, ਪਲੱਸ ਉਹਨੂੰ ਸੈੱਲ ਨੂੰ ਵੀ ਚਾਰਜ ਕਰਨਾ ਪਊ। ਇਸ ਕਰਕੇ ਉਹਦੀ ਜਿਹੜੀ EMF ਆ, ਬਾਹਰਲਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਟਰਮੀਨਲ ਦਾ, ਉਹ ਕੀ ਹੋਣਾ ਚਾਹੀਦਾ? ਉਹਦਾ ਜ਼ਿਆਦਾ ਹੋਣਾ ਚਾਹੀਦਾ ਗਾ, ਰਾਈਟ। ਤਾਂ ਇਸ ਕਰਕੇ ਉਹ ਸੈੱਲ ਦਾ ਪੋਟੈਂਸ਼ੀਅਲ ਡਿਫਰੈਂਸ ਕੀ ਹੋ ਜਾਂਦਾ ਗਾ? ਜ਼ਿਆਦਾ ਹੋ ਜਾਂਦਾ। ਤਾਂ ਉਹਦੇ ਵਿੱਚ ਕੀ ਦੇਖੋ ਹੁਣ ਰਿਲੇਸ਼ਨਸ਼ਿਪ ਇਹਨਾਂ ਦਾ। ਰਿਲੇਸ਼ਨਸ਼ਿਪ ਦੇ ਵਿੱਚ ਕੀ ਕਰਨਾ ਗਾ ਤੁਸੀਂ? ਦੇਖੋ ਆਹ ਸੇਮ ਫਾਰਮੂਲਾ ਗਾ, ਰਾਈਟ। I = E/R+R। ਇਹ ਕੀ ਹੈ ਫਾਰਮੂਲਾ? ਕਰੰਟ ਇਜ਼ ਇਕੁਅਲ ਟੂ EMF of the cell upon R+R। R means external resistance of the cell and circuit and internal resistance of the cell। V = IR। ਇਹਦੇ ਜਦੋਂ ਆਪਾਂ ਵੈਲੂ ਨੂੰ ਪੁੱਟ ਕਰਾਂਗੇ ਆਪਾਂ ਇੱਥੇ ਦੇਖੋ ਇਸ ਤਰੀਕੇ ਨਾਲ V = I ਇੱਥੇ ਵੈਲੂ ਪੁੱਟ ਕਰਾਂਗੇ ਕੀ ਥਾਂ ਤੇ? I ਦੀ ਵੈਲੂ। I ਥਾਂ ਤੇ ਕਿਹਦੀ ਵੈਲੂ ਪੁੱਟ ਕਰਾਂਗੇ? ਦੇਖੋ ਇਕੁਅਲ ਟੂ, ਇੱਧਰ ਦੇਖੋ ਧਿਆਨ ਨਾਲ ਤੁਸੀਂ। I ਕਦੇ ਬਰਾਬਰ ਆਏਗੀ ਬੇਟਾ? I = ਆਏਗੀ ਆਪਣੇ ਕੋਲੇ ਕੈਪਸ ਲੋਕ I = ਬਟ that will be equal to V/R, ਰਾਈਟ। V/R ਜਦੋਂ ਆਪਾਂ ਪੁੱਟ ਕਰ ਦਾਂਗੇ ਇੱਥੇ ਇਸ ਵੈਲੂ ਦੇ ਵਿੱਚ, ਇਸ ਫਾਰਮੂਲੇ ਦੇ ਵਿੱਚ I ਥਾਂ ਤੇ, ਤਾਂ ਇਹ ਕੀ ਆ ਜਾਏਗਾ ਆਪਣੇ ਕੋਲੇ? ਆਹ ਆ ਜਾਏਗਾ, ਰਾਈਟ। ਸਮਝੇ ਨਾ? ਜੇ I ਦੀ ਵੈਲੂ ਆਪਾਂ ਕੈਲਕੂਲੇਟ ਕਰ ਲਾਂਗੇ V/R, ਤਾਂ ਇੱਥੇ ਜਦੋਂ ਤੁਸੀਂ ਪੁੱਟ ਕਰੋਗੇ ਤਾਂ V ਇੱਥੇ ਆ ਜਾਓ, V/R ਪੁੱਟ ਕਰੋਗੇ ਇੱਥੇ ਤਾਂ ਇਹ R ਉੱਧਰ ਚਲਾ ਜਾਏਗਾ, ਦੇਖੋ ਕ੍ਰੋਸ ਮਲਟੀਪਲਾਈ ਹੋ ਜਾਏਗਾ। ਤਾਂ ਆਪਣੇ ਕੋਲੇ ਉਹਦੇ ਬਾਅਦ ਆਹ ਇਕੁਏਸ਼ਨ ਆ ਜੂ। ਇਹਦੇ ਵਿੱਚ R+R ਨੂੰ ਆਪਾਂ ਲੈਫਟ ਹੈਂਡ ਸਾਈਡ 'ਤੇ ਲੈ ਗਏ, ਬਾਕੀ B ਨੂੰ ਆਪਾਂ ਉਧਰਲੀ ਸਾਈਡ 'ਤੇ ਲੈ ਗਏ। ਇਸ ਤਰੀਕੇ ਨਾਲ ਇਹਨੂੰ ਸੋਲਵ ਕਰਨ ਤੋਂ ਬਾਅਦ ਆਪਣੇ ਕੋਲ ਆਹ ਇਕੁਏਸ਼ਨ ਆ ਜੂਗੀ। ਦੈਟ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ EMF of a cell, internal potential difference of a cell and internal resistance of a cell। ਇਹ ਮੈਥਮੈਟਿਕਸ ਦਾ ਕੁਛ ਨਹੀਂ, ਇਹਨੂੰ ਤੁਸੀਂ ਸਿਰਫ ਆਹ ਫਾਰਮੂਲੇ ਨੂੰ ਅੰਡਰਸਟੈਂਡ ਕਰਨਾ ਗਾ ਤੇ ਆਹ ਫਾਰਮੂਲੇ ਨੂੰ ਅੰਡਰਸਟੈਂਡ ਕਰਨਾ, ਦੈਟ ਇਜ਼ ਓਮਸ ਦਾ, ਰਾਈਟ। ਉਸ ਤੋਂ ਬਾਅਦ ਤਾਂ ਕੁਛ ਨਹੀਂ ਇਹਦੇ ਵਿੱਚ। ਉਸ ਤੋਂ ਬਾਅਦ ਕੀ ਹੈ? ਵੈਸੇ ਮੈਥਮੈਟੀਕਲ ਕੈਲਕੂਲੇਸ਼ਨਸ ਆ, ਇਹਨੂੰ ਕਰਕੇ ਦੇਖ ਲਓ ਤੁਸੀਂ, ਕੋਈ ਇੰਨਾ ਡਿਫੀਕਲਟ ਨਹੀਂ ਹੈਗਾ, ਰਾਈਟ। ਫਿਰ ਇਹ 'ਚ ਗ੍ਰਾਫੀਕਲ ਰਿਪਰੈਜੈਂਟੇਸ਼ਨ ਹੈ ਜਿਹੜੀ ਤੁਹਾਡੇ ਲਈ ਮੇਨ ਸਟੱਡੀ ਕਰਨ ਵਾਲੀ ਆ। ਉਹਦੇ 'ਚ ਕੀ ਹੈਗਾ ਆਪਣੇ ਕੋਲੇ ਵੀ ਆਪਾਂ ਪਹਿਲਾਂ ਗ੍ਰਾਫ ਸਟੱਡੀ ਕਰਨਾ, ਇਹਦੇ 'ਚ ਵੀ EMF ਤੇ ਲੋਡ ਰੈਜ਼ਿਸਟੈਂਸ ਦੇ ਵਿੱਚ ਕਿੰਨਾ ਗ੍ਰਾਫ ਬਣਦਾ ਗਾ, ਰਾਈਟ। EMF ਤੇ ਲੋਡ ਰੈਜ਼ਿਸਟੈਂਸ ਦੇ ਵਿੱਚ ਕਿੰਨਾ ਗ੍ਰਾਫ ਬਣਨਾ ਗਾ, ਤਾਂ ਇਹਦੇ ਵਿੱਚ ਕੀ ਕਰਨਾ ਗਾ ਤੁਸੀਂ ਦੇਖੋ, ਰਾਈਟ। ਇੱਧਰ ਦੇਖੋ ਧਿਆਨ ਨਾਲ ਤੁਸੀਂ, ਆਹ ਫਾਰਮੂਲਾ ਕੀ ਹੈਗਾ ਆਪਣੇ ਕੋਲੇ? ਇਹਦੇ ਦੇਖੋ ਇਹ ਕਿਹੜਾ ਸਰਕਟ ਕੀ ਹੈ? ਓਪਨ ਹੈ ਨਾ। ਜੇ ਸਰਕਟ ਓਪਨ ਹੈ ਬੇਟਾ ਤਾਂ ਇਹਦੇ ਵਿੱਚ ਕੀ ਹੈਗਾ? ਆਪਾਂ ਲੋਡ ਰੈਜ਼ਿਸਟੈਂਸ ਨਾਲ ਤਾਂ EMF ਨੂੰ ਕਨੈਕਟ ਹੀ ਨਹੀਂ ਕਰ ਸਕਦੇ। ਜੇ ਮੇਰੇ ਕੋਲੇ ਸੈੱਲ ਆ, ਇਹ ਸੈੱਲ ਦੇ ਨਾਲ ਤਾਂ ਮੈਂ ਕੁਛ ਅਟੈਚ ਨਹੀਂ ਕੀਤਾ ਹੋਇਆ। ਜੇ ਮੈਂ ਇਹਦੇ ਨਾਲ ਕੁਛ ਅਟੈਚ ਨਹੀਂ ਕੀਤਾ ਹੋਇਆਗਾ ਤਾਂ ਉਹਦਾ ਮਤਲਬ ਕੀ ਹੈ ਵੀ ਲੋਡ ਰੈਜ਼ਿਸਟੈਂਸ ਨਾਲ ਤਾਂ ਮੇਰਾ ਕੋਈ ਲਿੰਕ ਹੀ ਨਹੀਂ। ਜੇ ਮੇਰਾ ਲੋਡ ਰੈਜ਼ਿਸਟੈਂਸ ਨਾਲ ਕੋਈ ਲਿੰਕ ਨਹੀਂ ਹੈਗਾ ਤਾਂ ਇਟ ਮੀਨਸ ਦੈਟ ਦੇ ਆਰ ਬੋਥ ਆਰ ਇੰਡੀਪੈਂਡੈਂਟ। ਇਸ ਕਰਕੇ ਇਹ ਗ੍ਰਾਫ ਇਸ ਤਰੀਕੇ ਨਾਲ ਬਣੇਗਾ, ਰਾਈਟ। ਇਹ ਕਦੋਂ ਆ? ਇਨ ਓਪਨ ਸਰਕਟ, ਜਦੋਂ EMF ਹੁੰਦੀ ਆ ਓਨਲੀ ਸੈੱਲ ਦੇ ਵਿੱਚ, ਤਾਂ ਉਦੋਂ ਐਕਸਟਰਨਲ ਰੈਜ਼ਿਸਟੈਂਸ ਨਾਲ ਇਹਦਾ ਕੋਈ ਕਨੈਕਸ਼ਨ ਹੀ ਨਹੀਂ ਹੁੰਦਾ, ਰਾਈਟ। ਉਸ ਤੋਂ ਬਾਅਦ ਕੀ ਆਪਣੇ ਕੋਲ ਨੈਕਸਟ ਗ੍ਰਾਫ ਕੀ ਦੇਖੋ, B ਐਂਡ ਲੋਡ ਰੈਜ਼ਿਸਟੈਂਸ ਦੇ ਵਿਚਾਰ ਦੇ ਵਿੱਚ ਇਹ 'ਚ ਕੀ ਆ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਪਤਾ ਗਾ। ਇਹਨੂੰ ਆਪਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ ਲਾਸਟ 'ਤੇ ਫਾਰਮੂਲਾ, ਰਾਈਟ। ਇਹ ਲਾਸਟ ਜਿਹੜਾ ਫਾਰਮੂਲਾ ਆਊਗਾ ਆਪਣੇ ਕੋਲ, ਇਹਦੇ ਵਿੱਚ ਕੀ ਹੈਗਾ? R ਕੀ ਆ ਦੇਖੋ ਨੀਚੇ, ਰਾਈਟ। ਜੇ R ਨੂੰ ਮੈਂ ਇਨਕਰੀਜ਼ ਕਰਨਾ ਤਾਂ R ਦੀ ਵੈਲੂ, ਛੋਟੇ r ਦੀ ਵੈਲੂ ਕੀ ਹੋ ਗਈ? ਟੋਟਲ ਫੈਕਟਰ ਦੀ ਵੈਲੂ ਕੀ ਹੋ ਗਈ ਆਪਣੇ ਕੋਲ? ਇਹਦੀ ਡਿਕਰੀਜ਼ ਕਰੇਗੀ।
जे टोटल फैक्टर की वैल्यू डिक्रीज करूगी तो आ टोटल फैक्टर की वैल्यू की करूगी 1 प्लस दी ए भी की करेगी डिक्रीज करेगी। जे डिक्रीज करेगी तो टोटल फैक्टर की वैल्यू की होगी सारे दी इंक्रीज करेगी। इट मीनस वी विल इंक्रीज। अगर आप इस तरीके ਨਾਲ ਬਣਿਆ ਹੋਇਆ देखो इस तरीके ਨਾਲ बनता इनू आप भी बना सकते हैं राइट। उस तो बाद की एंड के उत्ते जाके ये ग्राफ इस तरीके ਨਾਲ क्यों देखो जे आप आर ਨੂੰ इन्फिनिटी भर देंगे आर ਨੂੰ इन्फिनिटी भरता इन्फिनिटी ਨਾਲ की होएगा आर पॉइंट इन्फिनिटी की होएगा 1 0 हो जाएगा 0 1 प्लस 0 0 1 रहेगा तो ई प्लस पॉइंट 1 आ गया तो बी इक्वल टू कदे आएगी बेटा ई के बराबर आ जाएगी कदों जो आप की करांगे आप इत्थे की किया आप इत्थे राइट आप इत्थे आर ਨੂੰ कितना भरिया अपने को आर इक्वल टू इन्फिनिटी जो आप आर ਨੂੰ इन्फिनिटी भरांगे तो वो की हो जाएगा अपने को बी इक्वल टू ई आ जाएगी बट बी एक्चुअली ई के इक्वल नहीं होंगी पैरेलल चलती है क्योंकि इंटरनल रेजिस्टेंस करके वैल्यू कभी भी बराबर नहीं हो सकती इन्हों अंडरस्टैंड कर लो तुम। थर्ड की ग्राफ बड़ा सिंपल ग्राफ है ये लॉस टीम है वाला जो फार्मूला तुम करा के टाइम इन ओपन सर्किट के बी इक्वल टू ई माइनस आई आर इक्वल टू इनू आप चेंज कर ले देखो आई आर मैं अगे लिया माइनस आई आर तो इक्वेशन ऑफ लाइन देना इनू की आप कंपेयर किया इक्वेशन ऑफ लाइन के वाई इक्वल टू वी आ गया एम इक्वल टू माइनस आर आ गया एक्स इक्वल टू एल आ गया आई आ गया प्लस सी इक्वल टू ई आ गया तो ये वट इज द स्लोप स्लोप कितना आ गया माइनस आर आ गया ये माइनस स्लोप का ग्राफ इस तरीके बनूगा मैथमेटिक्स के स्टूडेंट को पता होगा राइट। तो हूँ ये जो थोड़ा नहीं समझ लग रहा तो देखो मैं समझाना आप सिंपल तरीके ग्राफ स्टडी कर लें आई में जे मैं घटाऊँगा तो सारा फैक्टर की होगा ਵਧੂਗਾ तो इस करके बी ਵਧੇਗੀ तो ग्राफ की उल्टा तो जो एक चीज़ बढ़ रही है दूजी घट रही है तो ग्राफ इस तरीके बनता है राइट। एक्स एक्स बाई एक्स की है इस तरीके कंबीनेशन हो रहा है रिलेशन हो रहा भी एक्स की हो रहेगा बढ़ रहा तो वाई की हो रहेगा घट रहेगा राइट। तो ये आप इंटरसैप्ट कैलकुलेट करने होंगे आई इंटरसैप्ट की है जिथे बी की होएगी 0 होएगी बी में आप 0 पुट करता आई कि बराबर आ जो ई पौन आर दे देखो इतने 0 पुट करके देखो तुम आ समझ उत्ते 0 करेंगे तो ई उधर चला जाएगा आई कितना आ जाऊगा ई पौन आर राइट तो इतने ई पौन आर आएगा इस जगह के उत्ते ठीक है। उस तो बाद की है नैक्सट जे आप बाई इंटरसैप्ट कैलकुलेट करना बाई की जगह पर की है बेटा इतने बाई अपने को की है बी है ना बी में आप 0 किया नहीं सॉरी एक्स इंटरसैप्ट की थां आप 0 किया बी 0 किया ठीक है। जे आप बाई इंटरसैप्ट कैलकुलेट करना तो उत्थे आई 0 करा आप क्योंकि बाई उदों टच करेगा ना ग्राफ में बाई पॉइंट के उत्ते इंटरसैप्ट करेगा जो आई एक्स एक्सिस की होएगा 0 होएगा तो एक्स एक्स किनू रिप्रजेंट करता आई राइट। तो आई की भरांगे आप 0 भरांगे जे आप आई 0 भरांगे तो वी कि बराबर हो जाएगी बेटा ई के बराबर हो जाएगी यार ई के बराबर आ गई। तो इस तरीके आप कैलकुलेशन करनी राइट। तो एंड ऑफ द मतलब कि लैक्चर मैं तो बिल्कुल समराइज कर रहा है बिल्कुल लैक्चर है समराइजेशन के देखो करंट इलैक्ट्रिसिटी सैल बारे स्टडी किया आप है बिल्कुल बिल्कुल टोटली मैं टू द पॉइंट तुम दिखाऊंगा आपके नोट्स जो तुम बनाए तो मैच कर लो। सैल की एक सैटअप कहता सैटअप इलैक्ट्रोड्स का इलैक्ट्रोलाइट्स का जिहदे करके की ये कैमिकल एनर्जी जी हैगी उन्होंने कहते कन्वर्ट करता है इलैक्ट्रिकल एनर्जी के बट इलैक्ट्रिकल एनर्जी भी कैमिकल करता ड्यूरिंग चार्जिंग। नैक्सट की इंटरनल रजिस्टेंस की सी अपने को अपोजिशन है कि इलैक्ट्रोलाइट्स का इलैक्ट्रोड्स का कुछ हीट वो पैदा हो जाती है ठीक है ना क्योंकि परफेक्टली कंडक्टिव नहीं होंगे इलैक्ट्रोलाइट्स इलैक्ट्रोड्स जो आप सैल में ज़्यादा यूज करी चलांगे उमें इंटरनल रजिस्टेंस वो बढ़ी जाएगी यूनिट की होंगी ओम होंगी है ये तुम याद रखना पॉइंट ठीक है 3 4 उदो EMF है EMF बिल्कुल सिंपल याद रखना बाला नहीं जिन्हें की जो तुम सैल में किसी ने अटैच नहीं किया हो कि जी ना सैल में अटैच नहीं किया हो तो जो सैल तुम नवा लैके आए हो मार्केट के परचेज करके लैके आए हो या तो पिया है वो कुछ भी अटैच नहीं किया तो उन्होंने टर्मिनल के उत्ते जो पोटेंशियल होगा दैट इज EMF अटैच नहीं किया कितने देखो ठीक है ना वो देखो इतने लिखा होंगे 1.5 वोल्ट ठीक है। EMF जी होंगी टर्मिनल पोटेंशियल डिफरेंस के बराबर होंगी है तो कदों जो सर्किट ओपन हो यूनिट दी वोल्ट राइट तो न्यू बैटरी के उत्ते मैंशनड होंगे मैं पहले दस के हटाया राइट सिंपल बिल्कुल उस बाद की अपने को डायग्राम सैटअप सीगा। नैक्सट की सीगा अपने को टर्मिनल पोटेंशियल डिफरेंस बिल्कुल सिंपल की क्लोज कर दो टर्मिनल पोटेंशियल डिफरेंस आ जाऊगा जो तुम की क्लोज करोगे इधर देखो जो तुम की क्लोज करोगे तो जो इंटरनल रजिस्टेंस मैं शुरू के भी दसिया ठीक है ना भी ये की करूँगा ये रोल प्ले करूँगा अपना एक्शन के आ जाऊगा। तो EMF जी आप इतने 9 वोल्ट EMF सी मान लो वो बाहर नहीं 9 की 9 नहीं जाती कुछ कंज्यूम कर लो लॉस्ट कर दो लॉस्ट EMF हो जाऊगी टर्मिनल पोटेंशियल डिफरेंस को लेके आऊगी घट EMF आएगी टर्मिनल के घट पोटेंशियल आएगा तो इस करके टर्मिनल पोटेंशियल डिफरेंस घट होंगे कदों जो सैल में आप किसी लोड नाल अटैच कर देंगे राइट। तो इन्हों आप चार्जिंग डिस्चार्जिंग ऑफ द सैल भी कहने तो इस तरीके राइट। फिर क्या गया अपने को डिस्चार्जिंग ऑफ सैल के मैथमेटिकल फॉर्म है कर लेते सॉल्व राइट। आप ओम का फार्मूला लाए हुए आप क्रॉस मल्टीप्लाई की नीचे आ लॉस्ट EMF का फार्मूला इक्वल टू ई माइनस आई आर राइट। तो यदा रीजन भी दिता हुआ भी क्यों घट होंगे क्योंकि लॉस्ट EMF करके टर्मिनल पोटेंशियल डिफरेंस होंगे वो घट जाता EMF के नाल। नैक्सट की अपने को रिलेशन दसता ना
ये भी कैलकुलेट हो जूगा अपने को बी इक्वल टू आई आर वाला फॉर्मूला ला देखो बिल्कुल सिंपल आई इक्वल टू ई अपॉन आर प्लस आर इन्हें जो मैथमेटिकल सॉल्व करोगे हो जाएगा कोई इन्ना डिफिकल्ट नहीं है राइट। फिर ये आ जाता अपने को ग्राफिकल आ सिंपल ग्राफ है पहला जो आप सर्किट ओपन होंगे ओपन सर्किट के की होंगे बेटा ई एम एफ के रजिस्टेंस का तो कोई लिंक ही नहीं आपके दूसरा किसी का ग्राफ ये डायरैक्टली प्रोपोर्शनल होंगे बट इनफिनिटी के उत्ते जाके दोनों की हो जाते इक्वल हो जाते हैं राइट ये फार्मूले कैलकुलेट करके देख लो। थर्ड की है इंटरसेप्ट वाला टॉपिक है ये कि आप लॉस्ट ई एम एफ वाला लाना का फार्मूला तो आप स्लोप कर लेना स्लोप नैगेटिव का ग्राफ इस तरीके बनेगा इंटरसेप्ट कैलकुलेट कर लेंगे जी। इंटरसेप्ट आई का किमें कैलकुलेट करेंगे एक्स एक्स के उत्ते जो वाई जीरो होगी वाई की इतने बी है बी जीरो करके ये आ गई अपॉन आर दैन आप वाई तो इंटरसेप्ट कैलकुलेट करेंगे जो की होएगा आई जीरो होगी आई जीरो होगी तो की आएगा अपने को बी इक्वल टू ई आ जाएगा तो इस तरीके ये ग्राफ्स बन जाएंगे बिल्कुल सिंपल टॉपिक आ इन अच्छे तरीके 2-3 बार वीडियो जो सुनोगे तो तुम्हें ये समझ लग जाएगा। ओके थैंक यू वेरी मच। ओके बेटा इन पढ़ना ठीक है चंगे तरीके स्टडी करना गा तो फिर थैंक यू।